ਤਾਂ ਹੱਥਾਂ ਪੈਰਾਂ ਤੋਂ ਨੇੜੇ ਹੈ ਮਾਲਕ। ਜਦੋਂ ਸਰਸਾ ਦੇ ਕੰਢੇ ਤੇ ਦੀਵਾਨ ਲਾਇਆ ਸਤਿਗੁਰ ਜੀ ਨੇ ਤਾਂ ਇਹ ਸਾਨੂੰ ਸਿਖਾਇਆ ਕਿ ਸਿੱਖਾ ਕਦੇ ਨਿਤਨੇਮ ਨਾ ਛੱਡੇ। ਸਰਸਾ ਨੂੰ ਪਾਰ ਕੀਤਾ। ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਮਾਤਾ ਗੁਜਰ ਕੌਰ ਜੀ, ਜਿਹੜੇ ਸਰਸਾ ਨੂੰ ਪਾਰ ਕਰਕੇ ਉੱਥੋਂ ਚੱਲੇ। ਉੱਥੋਂ ਚੱਲ ਕੇ ਕੰਮੋ ਮਾਸ਼ਕੀ ਦਾ ਪਿੰਡ, ਉੱਥੇ ਪਹੁੰਚੇ। ਕੰਮੋ ਮਾਸ਼ਕੀ ਆਪਣੇ ਘਰ ਲੈ ਗਿਆ। ਬੜੀ ਸ਼ਰਧਾ ਉਹਨੂੰ ਸਤਿਗੁਰੂ ਜੀ ਤੇ ਸਾਹਿਬਜ਼ਾਦਿਆਂ ਦੀ ਸੇਵਾ ਕੀਤੀ। ਤੇ ਲਾਲ ਪੁੱਛਦੇ ਨੇ ਮਾਤਾ ਜੀ ਨੂੰ ਕਿ ਮਾਤਾ ਜੀ ਇਹ ਪਿਆਰ ਵਾਲੇ ਦੇ ਬੋਲ ਨੇ, ਭਾਵਨਾ ਵਾਲੇ ਦੇ, ਕਿਉਂਕਿ ਭਾਵਨਾ ਵਾਲਿਆਂ ਨੂੰ ਰੱਬ ਮਿਲਦਾ ਜਿਨ੍ਹਾਂ ਦੀ ਭਾਵਨਾ ਹੈ। ਕਿੰਤੂ ਪਰੰਤੂ ਨਹੀਂ, ਧਰਮ ਦੇ ਉੱਪਰ ਕਦੇ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ। ਕਦੇ ਵੀ ਗੁਰੂ ਦੀ ਰਹਿਤ ਨੂੰ, ਕਦੇ ਵੀ ਗੁਰੂ ਦੇ ਬਚਨ ਨੂੰ ਦੁਨੀਆ ਦੀ ਤਰਕ ਨਾਲ ਨਹੀਂ ਤੋਲਣਾ ਚਾਹੀਦਾ। ਕੋ ਸਤਿਨਾਮ ਸ੍ਰੀ ਵਾਹਿਗੁਰੂ। ਕਦੇ ਵੀ ਮਹਾਂਪੁਰਖਾਂ ਦੇ ਬਚਨ ਨੂੰ ਦੁਨੀਆ ਦੇ ਤਰਕ ਨਾਲ ਨਹੀਂ ਤੋਲਣਾ ਚਾਹੀਦਾ, ਕਿਉਂਕਿ ਦੁਨੀਆ ਦੱਸ ਸਕਦੀ ਹੈ, ਦੁਨੀਆ ਦਾ ਇਹ ਤਾਂ ਦੱਸ ਸਕਦੀ ਹੈ ਕਿ ਬੱਚਾ ਕਿਸੇ ਦਾ DNA ਵਿੱਚ ਆ ਸਕਦਾ ਹੈ, ਪਰ ਕੋਈ ਇਹ ਨਹੀਂ ਦੱਸ ਸਕਦਾ ਕਿ ਬੱਚੇ ਦਾ ਮਾਂ ਨਾਲ ਪਿਆਰ ਕਿੰਨਾ ਕੁ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕੋਈ ਇਹ ਨਹੀਂ ਦੱਸ ਸਕਦਾ ਵੀ ਕਿਸੇ ਸਾਧੂ ਦੀ ਕਿੰਨੀ ਕਮਾਈ ਹੈ। ਕਦੇ ਵੀ ਸਾਧੂ ਦੇ ਬਚਨ ਨੂੰ, ਕਦੇ ਵੀ ਮਹਾਂਪੁਰਖਾਂ ਦੇ ਬੋਲ ਨੂੰ ਦੁਨੀਆ ਦੀ ਤਰਕ ਨਾਲ ਤੋਲਣਾ ਨਹੀਂ ਚਾਹੀਦਾ। ਉਹ ਰੱਬ ਦੇ ਬੋਲ ਨੇ, ਰੱਬੀ ਬੋਲ ਨੇ। ਜਦੋਂ ਸਾਹਿਬਜ਼ਾਦੇ ਪੁੱਛਦੇ ਨੇ ਮਾਤਾ ਜੀ ਬੜਾ ਹਨੇਰਾ ਸਮਾਂ ਹੋ ਗਿਆ, ਕਿੱਥੇ ਨੂੰ ਜਾਵਾਂਗੇ? ਪਰ ਧੰਨ ਗੁਰੂ ਬਾਜਾਂ ਵਾਲੇ ਪਾਤਸ਼ਾਹ ਦੀ ਐਸੀ ਸਿੱਖਿਆ, ਐਸੀ ਗੁਰੂ ਪਾਤਸ਼ਾਹ ਜੀ ਦੀ ਮਿਹਰ, ਐਸੀ ਗੁਰੂ ਪਾਤਸ਼ਾਹ ਦੇ ਬੋਲ ਉਹਨਾਂ ਸਾਹਿਬਜ਼ਾਦਿਆਂ ਦੇ ਹਿਰਦੇ ਵਿੱਚ ਵਸੇ ਹੋਏ। ਹੈ ਤਾਂ ਸਾਹਿਬਜ਼ਾਦੇ ਰੱਬ ਦਾ ਰੂਪ, ਪਰ ਸਾਨੂੰ ਉਹਨਾਂ ਨੇ ਸਿਖਾਇਆ ਕਿ ਸਿੱਖਾ ਮੁਸ਼ਕਲ ਤੋਂ ਮੁਸ਼ਕਲ ਸਮਾਂ ਆਵੇ ਪਰ ਕਦੇ ਧਰਮ ਦਾ ਰਾਹ ਨਹੀਂ ਛੱਡਣਾ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਡ ਭਾਗੀ ਪਾਏ। ਇਹ ਤਾਂ ਭਾਗਾਂ ਵਾਲਿਆਂ ਨੂੰ ਧਰਮੀਆਂ ਦਾ ਰਾਹ ਮਿਲਦਾ। ਬੰਦਾ ਧਰਮ ਦੇ ਰਾਹ ਤੇ ਤੁਰਦਾ, ਗੁਰੂ ਦੀ ਸੰਗਤ ਕਰਦਾ, ਕੋਈ ਨਾਮ ਜਪਣ ਵਾਲੇ, ਕਮਾਈ ਵਾਲੇ ਮਹਾਂਪੁਰਖਾਂ ਦੀ ਸੰਗਤ ਕਰਦਾ। ਸਾਹਿਬਜ਼ਾਦਿਆਂ ਨੂੰ ਕੰਮੋ ਮਾਸ਼ਕੀ ਆਪਣੇ ਪਿੰਡ ਲੈ ਕੇ ਗਿਆ। ਪਿੰਡ ਲਿਜਾ ਕੇ ਸੇਵਾ ਕੀਤੀ। ਉਹਨੇ ਸੋਚਿਆ ਕਿ ਹੁਣ 2 ਦਿਨ ਹੋ ਗਏ ਨੇ, ਸਹੇੜੀ ਦਾ ਰਹਿਣ ਵਾਲਾ ਗੰਗੂ ਰਹਿੰਦਾ, ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 22 ਸਾਲ ਜੀ ਨੇ ਨੌਕਰੀ ਕੀਤੀ ਹੈ। ਉਹ ਗੁਰੂ ਜੀ ਦਾ ਰਸੋਈਆ ਨਹੀਂ ਸੀ, ਜਿਹੜੇ ਗੁਰੂ ਜੀ ਦੀ ਸੇਵਾ ਕਰਦੇ ਸੀ ਉਹਨਾਂ ਦਾ ਰਸੋਈਆ ਸੀ ਗੰਗੂ। 22 ਸਾਲ ਉਹਨੇ ਉੱਥੇ ਸੇਵਾ ਕੀਤੀ ਗੁਰੂ ਪਾਤਸ਼ਾਹ ਦੇ ਦਰਬਾਰ ਵਿੱਚ। ਉਹਨਾਂ ਦੀ ਸੇਵਾਦਾਰਾਂ ਦੀ ਉਹ ਖਾਣਾ ਬਣਾਉਂਦਾ ਸੀ, ਪ੍ਰਸ਼ਾਦਾ ਪਕਾਉਂਦਾ ਸੀ, ਰਸੋਈਆ ਸੀ ਉੱਥੇ ਗੰਗੂ। ਇਹ ਇਤਿਹਾਸ ਵਿੱਚ ਲਿਖਿਆ ਹੈ, ਕਹਿੰਦੇ ਕੰਮੋ ਮਾਸ਼ਕੀ ਨੇ ਸਾਹਿਬਜ਼ਾਦਿਆਂ ਨੂੰ, ਉਹਨੇ ਭਲਾ ਸੋਚਿਆ, ਉਹਨੇ ਚਾਹਿਆ ਵੀ ਗੰਗੂ ਗੁਰੂ ਪਾਤਸ਼ਾਹ ਜੀ ਦੇ ਨੇੜੇ ਰਿਹਾ, ਇਹ ਗੁਰੂ ਸਾਹਿਬ ਜੀ ਦੇ ਕੋਲ ਸਾਹਿਬਜ਼ਾਦਿਆਂ ਨੂੰ ਪਹੁੰਚਾ ਦਿੰਦੇ। ਪਰ ਗੁਰੂ ਜੀ ਦੀ ਲੀਲਾ ਨੂੰ ਕੀ ਅਸੀਂ ਜਾਣਦੇ ਹਾਂ? ਉਹ ਤਾਂ ਭਲੇ ਦੇ ਲਈ ਗੰਗੂ ਦੇ ਕੋਲ ਦੇ ਕੇ ਆਇਆ ਸੀ ਸਾਹਿਬਜ਼ਾਦਿਆਂ ਨੂੰ, ਤੇ ਗੰਗੂ ਆਪਣੇ ਪਿੰਡ ਸਹੇੜੀ ਲੈ ਗਿਆ ਸਾਹਿਬਜ਼ਾਦਿਆਂ। ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਮਾਤਾ ਗੁਜਰ ਕੌਰ ਜੀ। ਨਾਲ ਸਾਹਿਬਜ਼ਾਦੇ, ਨਿੱਕੀਆਂ ਉਮਰਾਂ ਨਿੱਕੀਆਂ ਪਰ ਕਮਾਈਆਂ ਐਡੀਆਂ ਵੱਡੀਆਂ। ਕੀ ਪਤਾ ਉਹ ਸਮੇਂ ਦੇ ਵਿੱਚ ਉਹਨਾਂ ਦੇ ਪੈਰਾਂ ਦੇ ਵਿੱਚ ਜੋੜੇ ਵੀ ਨਾ ਹੋਵਣ, ਪਰ ਧੰਨ ਕਮਾਈ, ਧੰਨ ਗੁਰੂ ਤੇਗ ਬਹਾਦਰ ਜੀ ਦੀ ਕਮਾਈ, ਧੰਨ ਗੁਰੂ ਅਰਜਨ ਦੇਵ ਜੀ ਦੀ ਕਮਾਈ। ਕਿਉਂਕਿ ਜਿਹੜੀਆਂ ਸਾਹਿਬਜ਼ਾਦੇ ਨੀਹਾਂ ਦੇ ਵਿੱਚ ਚਿਣੇ ਨੇ, ਇਹ ਨੀਹਾਂ, ਇਹ ਮਨ ਇੱਥੋਂ ਨਹੀਂ ਸੀ ਪੱਕੇ ਹੋਏ, ਇਹ ਤਾਂ ਮਨ ਗੁਰੂ ਅਰਜਨ ਦੇਵ ਤੋਂ ਹੀ ਪੱਕੇ ਹੋ ਗਏ ਸੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਦੋਂ ਤੱਤੀ ਤਵੀ ਤੇ ਬੈਠੇ ਸੀ ਧੰਨ ਗੁਰੂ ਅਰਜਨ ਦੇਵ ਜੀ, ਜਦੋਂ ਤੱਤੀ ਤਵੀ ਤੇ ਬੈਠੇ ਸੀ, ਇਹ ਨੀਹਾਂ ਤਾਂ, ਇਹ ਮਨ ਤਾਂ ਉਦੋਂ ਹੀ ਪੱਕੇ ਹੋ ਗਏ ਸੀ। ਉਦੋਂ ਤੋਂ ਹੀ ਗੁਰੂ ਸਾਹਿਬ ਜੀ ਨੇ ਸਿਖਾਤਾ ਸੀ। ਕਹਿੰਦੇ ਇੱਕ ਕਿਸੇ ਤਰਕਬਾਜ਼ੀ ਵਾਲੇ ਬੰਦੇ ਨੇ, ਮਿਲਟਰੀ ਦੇ ਵਿੱਚ ਉਹ ਡਿਊਟੀ ਕਰਦਾ ਸੀ, ਇੱਕ ਅਫਸਰ ਆਇਆ ਨਵਾਂ, ਉਹਨੇ ਤਰਕ ਕੀਤੀ ਵੀ ਏਦਾਂ ਕਿਵੇਂ ਹੋ ਸਕਦਾ ਗੁਰੂ ਅਰਜਨ ਦੇਵ ਜੀ, ਕਿਵੇਂ ਤੱਤੀ ਤਵੀ ਤੇ ਕੋਈ ਬੈਠ ਸਕਦਾ? ਬੰਦਾ ਨਹੀਂ ਬੈਠ ਸਕਦਾ, ਕਮਾਈ ਵਾਲੇ ਮਹਾਂਪੁਰਖ, ਕਮਾਈ ਵਾਲੇ ਗੁਰੂ ਪੀਰ ਬੈਠ ਸਕਦੇ। ਕਹਿੰਦਾ ਏਦਾਂ ਕਿਵੇਂ ਕੋਈ ਬੰਦਾ ਬੈਠ ਸਕਦਾ ਹੈ?
ਤਾਂ ਜਿਹੜਾ ਉੱਥੇ ਮਿਲਟਰੀ ਦੇ ਵਿੱਚ ਪ੍ਰਸ਼ਾਦਾ ਬਣ ਰਿਹਾ ਸੀ, ਕਲਾਂਗਰੀ ਸਿੰਘ ਪ੍ਰਸ਼ਾਦਾ ਪੁਕਾਰ ਰਿਹਾ ਸੀ, ਗੁਰਸਿੱਖ ਸੀ, ਵਾਹਿਗੁਰੂ ਵਾਹਿਗੁਰੂ ਕਰਨ ਵਾਲਾ ਸੀ। ਜਦੋਂ ਉਹਨੇ ਇੰਨੇ ਬੋਲ ਸੁਣੇ, 2-3 ਵਾਰ ਬੋਲਿਆ, ਕਿਉਂਕਿ ਉੱਥੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਸੀ, ਤਾਂ ਉੱਥੇ ਉਹ 1-2 ਵਾਰ ਬੋਲਿਆ ਕਿ ਏਦਾਂ ਕਿਵੇਂ ਹੋ ਸਕਦਾ ਕਿ ਕੋਈ ਤੱਤੀ ਤਵੀ ਤੇ ਬੈਠ ਸਕਦਾ ਹੈ। ਕਹਿੰਦੇ ਜਿਹੜਾ ਸਿੰਘ ਪ੍ਰਸ਼ਾਦੇ ਲਾ ਰਿਹਾ ਸੀ, ਕਹਿੰਦੇ ਉੱਠ ਕੇ ਤਵੀ ਤੇ ਬੈਠ ਕੇ ਵੀ ਏਦਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਤੱਤੀ ਤਵੀ ਤੇ ਬੈਠ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਵੇਖੋ ਕਹਿੰਦੇ ਜਿਹੜੇ ਨਾਲ ਦੇ ਉੱਥੇ ਖੜੇ ਸੀ ਫੌਜ ਵਾਲੇ, ਉਹਨਾਂ ਨੇ ਤਾਂ ਉਹ ਤਵੀ ਤੇ ਜਿਹੜਾ ਸਿੰਘ ਬੈਠਿਆ ਸੀ ਉਹਨੂੰ ਚੱਕ ਕੇ ਬਚਾ ਲਿਆ, ਥੋੜਾ ਜਿਹਾ ਸੇਕ ਲੱਗ ਗਿਆ। ਪਰ ਜਿਹੜੇ ਅਫਸਰ ਨੇ ਉੱਥੇ ਬੋਲਿਆ ਸੀ, ਤਰਕ ਕੀਤੀ ਸੀ ਵੀ ਏਦਾਂ ਗੁਰੂ ਅਰਜਨ ਦੇਵ ਜੀ ਕਿਵੇਂ ਤੱਤੀ ਤਵੀ ਤੇ ਬੈਠ ਸਕਦੇ ਨੇ। ਕਹਿੰਦੇ ਕੋਈ ਉਹਨੂੰ ਬ੍ਰੇਨ ਦਾ ਇਹੋ ਜਿਹਾ ਕੋਈ ਉਹਨੂੰ ਕੁਝ ਹੋਇਆ ਕਿ ਉਹ ਬੰਦਾ ਉੱਥੇ ਹੀ ਡੈਡ ਹੋ ਗਿਆ, ਗੁੰਮ ਹੋ ਗਿਆ। ਐਸੇ ਹੁੰਦੇ ਨੇ ਰੱਬ ਦੇ ਪਿਆਰੇ। ਨੀਹਾਂ ਅੱਜ ਤੋਂ ਨਹੀਂ, ਇਹ ਮਨ ਤਾਂ ਗੁਰੂ ਅਰਜਨ ਦੇਵ ਤੋਂ ਹੀ ਪੱਕੇ ਹੋ ਗਏ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ, ਕਿਉਂਕਿ ਮਾਤਾ ਗੁਜਰ ਕੌਰ ਜੀ ਨੇ ਆਪਣੇ ਬੱਚਿਆਂ ਨੂੰ ਹਮੇਸ਼ਾ ਹੀ ਇਹ ਸਿੱਖਿਆ ਦਿੰਦੇ ਰਹਿਣਾ, ਪੋਤਰਿਆਂ ਨੂੰ ਐ ਲਾ ਲਓ ਤੁਹਾਡੇ ਧੰਨ ਗੁਰੂ ਤੇਗ ਬਹਾਦਰ ਦਾਦਾ ਜੀ ਨੇ ਆਪਣਾ ਸੀਸ ਤਾਂ ਕਟਵਾ ਲਿਆ, ਭਾਵੇਂ ਦੂਜੇ ਦੇ ਧਰਮ ਲਈ ਕਟਵਾ ਲਿਆ, ਕਿਉਂਕਿ ਗੁਰੂ ਮਹਾਂਪੁਰਖਾਂ ਨੂੰ ਕਦੇ ਕਿਸੇ ਨਾਲ ਫਰਕ ਨਹੀਂ ਹੁੰਦਾ। ਉਹਨਾਂ ਦੇ ਦਰ ਤੇ ਜਿਹੜਾ ਆਸਰਾ ਤੱਕ ਕੇ ਆਉਂਦਾ ਨਾ, ਉੱਥੇ ਉਹਨਾਂ ਨੂੰ ਥਾਂ ਮਿਲਦੀ ਹੈ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ। ਜਦੋਂ ਕਸ਼ਮੀਰੀ ਪੰਡਤ ਆਏ ਸੀ ਤਾਂ ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਆਸਰਾ ਦਿੱਤਾ ਸੀ ਕਿ ਜਾ ਕੇ ਕਹਿ ਦਿਓ ਜੇ ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲੈਣਗੇ ਤਾਂ ਸਾਰਾ ਹਿੰਦੁਸਤਾਨ ਹੀ ਮੁਸਲਮਾਨ ਬਣ ਜਾਵੇ। ਆਪਣੀ ਕੁਰਬਾਨੀ ਦਿੱਤੀ। ਤਾਂ ਦਾਦੀ ਜੀ ਨੇ ਰੋਜ਼ ਸਮਝਾਣਾ ਮਾਤਾ ਗੁਜਰ ਕੌਰ ਨੇ ਰਸਤੇ 'ਚ ਜਾਂਦੇ ਹੋਏ ਵੀ ਕਿ ਪੁੱਤਰੋ, ਭਾਵੇਂ ਮੁਗਲ ਜਿੰਨਾ ਮਰਜ਼ੀ ਜ਼ੁਲਮ ਕਰ ਲੈਣ, ਪਰ ਕਦੇ ਆਪਣੇ ਦਾਦੇ ਦੀ ਚਿੱਟੀ ਚਾਦਰ ਨੂੰ ਦਾਗ ਨਾ ਲਾਇਓ, ਚਿੱਟੀ ਪੱਗ ਨੂੰ ਦਾਗ ਨਾ ਲਾਇਓ। ਇਹ ਪੁਰਾਣੇ ਸਮਿਆਂ 'ਚ ਹੈ ਸੀ ਕਿ ਬੱਚੀ ਤੇ ਮਾਤਾਵਾਂ ਨੇ ਆਪਣੇ ਬੱਚਿਆਂ ਨੂੰ ਗੋਦ ਵਿੱਚ ਬਿਠਾਣਾ, ਜਪਜੀ ਸਾਹਿਬ ਪੜ੍ਹਨਾ। ਉਹ ਜਪਜੀ ਸਾਹਿਬ ਦੀਆਂ ਐਸੀਆਂ ਤਰੰਗਾਂ ਤੇਰੇ ਬੱਚੇ ਨੂੰ ਸਮਝ ਭਾਵੇਂ ਆਵੇ ਨਾ ਆਵੇ, ਉਹ ਗੁਰਬਾਣੀ ਦੀ ਐਸੀ ਰਹਿਮਤ ਵਰਤਦੀ ਹੈ ਕਿ ਤੇਰੇ ਬੱਚੇ ਦੇ ਮਨ ਤੇ ਅਸਰ ਕਰ ਜਾਏਗੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੇਰੇ ਬੱਚੇ ਤੇ ਉਹ ਗੁਰਬਾਣੀ ਦੀਆਂ ਤਰੰਗਾਂ ਪੈਣਗੀਆਂ, ਉਹ ਗੁਰਬਾਣੀ ਤੇਰੇ ਬੱਚੇ ਦਾ ਜੀਵਨ ਬਦਲੇ। ਜਿਹੜੀ ਮਾਤਾ ਅੱਜ ਜਿਹਦੇ ਬੱਚਾ ਹੋਣ ਵਾਲਾ ਹੈ, ਇਹ ਸਾਇੰਸ ਵੀ ਮੰਨਦੀ ਹੈ ਕਿ ਜਿਹੋ ਜਿਹਾ ਫੀਲਿੰਗ, ਜਿਹੋ ਜਿਹਾ ਫੈਕਟ ਉਹਨੂੰ ਪਾਵਾਂਗੇ, ਜਿਹੋ ਜਿਹੇ ਪ੍ਰਭਾਵ ਵਿੱਚੋਂ ਰਹੇਗੀ ਮਾਤਾ, ਉਹੋ ਜਿਹਾ ਉਹਦੇ ਕੁੱਖ ਤੋਂ ਬੱਚਾ ਜਨਮ ਲਏਗਾ। ਜਿਹੜੀ ਮਾਤਾ ਸਿਮਰਨ ਕਰਨ ਵਾਲੀ ਹੋਵੇ, ਜਿਹੜੀ ਬੱਚੀ ਸਿਮਰਨ ਕਰਨ ਵਾਲੀ ਹੋਵੇ, ਜਿਹੜੀ ਉਹਦੀ ਕੁੱਖ ਤੋਂ ਕੋਈ ਜਨਮ ਲਵੇਗਾ, ਉਹ ਵੀ ਰੱਬ ਦਾ ਪਿਆਰਾ ਹੋਵੇਗਾ। ਕੋ ਸਤਿਨਾਮ ਸ੍ਰੀ ਵਾਹਿਗੁਰੂ। ਕਿਉਂਕਿ ਅਸਰ ਪੈਂਦਾ ਜੈਸਾ ਬੀਜੈ ਸੋ ਲੁਣੈ, ਕਰਮਾ ਸੰਧੜਾ ਖੇਤ। ਬੰਦਾ ਦੁਨੀਆ ਦੇ ਖੇਤ ਵਿੱਚ ਇੱਕ ਦਾਣਾ ਬੀਜਦਾ, 15-16 ਦਾਣੇ ਉੱਗਦੇ ਨੇ। ਜੇ ਧਰਮ ਦੇ ਖੇਤ ਵਿੱਚ ਇੱਕ ਪੁੰਨ ਬੀਜਾਂਗੇ, ਲੱਖਾਂ ਹੀ ਪੁੰਨ ਤੈਨੂੰ ਮਿਲਣੇ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਲੱਖਾਂ ਹੀ ਪੁੰਨ ਮਿਲਣੇ ਨੇ। ਜਿਹੜੀਆਂ ਬੱਚੀਆਂ, ਜਿਹੜੀਆਂ ਭੈਣਾਂ ਵਾਹਿਗੁਰੂ ਵਾਹਿਗੁਰੂ ਕਰਦੀਆਂ ਨੇ, ਸਿਮਰਨ ਕਰਦੀਆਂ ਨੇ, ਜਪਜੀ ਸਾਹਿਬ ਦੇ ਪਾਠ ਕਰਦੀਆਂ, ਉਹਨਾਂ ਦੀ ਕੁੱਖ ਤੋਂ ਵੀ ਫਿਰ ਕੋਈ ਨਾਮ ਜਪਣ ਵਾਲੇ ਗੁਰਸਿੱਖ, ਕੋਈ ਗੁਰੂ ਨੂੰ ਪਿਆਰ ਕਰਨ ਵਾਲੀ ਜਨਮ ਲੈਂਦੇ। ਜੇ ਨਹੀਂ ਤੁਹਾਡਾ ਬੱਚਾ ਲੱਗ ਰਿਹਾ, ਇਹ ਵੀ ਮਹਾਂਪੁਰਖਾਂ ਦੇ ਬਚਨ ਨੇ, ਕਮਾਈ ਵਾਲਿਆਂ ਦੇ। ਕਹਿੰਦੇ ਤੁਸੀਂ ਬੱਚੇ ਨੂੰ ਨਾ ਕਹੋ, ਤੁਸੀਂ ਜਾ ਕੇ ਰੋਜ਼ ਗੁਰੂ ਨੂੰ ਅਰਦਾਸਾਂ ਕਰੋ। ਕਬੀਰ ਕੇਸੋ ਕੇਸੋ ਕੋਕੀਐ ਨਾ ਸੋਈਐ, ਆਸਾਰ ਰਾਤ ਦਿਖ ਕੇ ਉਤਨੇ ਕਵੇ ਤਾਂ ਸੁਣੈ ਪੁਕਾਰ। ਕਹਿੰਦੇ ਕਦੇ ਮਾਲਕ ਪੁਕਾਰ ਸੁਣਦਾ, ਤੂੰ ਅਰਦਾਸਾਂ ਕਰਨੀਆਂ ਨਾ ਛੱਡ। ਤੇਰੇ ਜਿਉਂਦੇ ਜਿਉਂਦੇ ਤੇਰਾ ਬੱਚਾ ਜ਼ਰੂਰ ਗੁਰੂ ਨਾਲ ਜੁੜ ਜਾਵੇਗਾ। ਸਤਿਨਾਮ ਸ੍ਰੀ ਵਾਹਿਗੁਰੂ। ਤੋ ਉਹਨਾਂ ਨੂੰ ਜੇ ਦਰਸ਼ਨ ਕਰਾ ਤਾਂ ਕੋਈ ਕਮਾਈ ਵਾਲੇ ਰੰਗੀਆਂ ਹੋਈਆਂ ਰੂਹਾਂ ਕੋਲ ਲੈ ਕੇ ਜਾ, ਉਹਨਾਂ ਨੂੰ ਜਾ ਕੇ ਅਰਦਾਸਾਂ ਕਰ। ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕਿਸੇ ਦੇ ਘਰ ਕਿਉਂ ਲੰਘ ਰਿਹਾ ਹੋਵੇ, ਗਲੀਆਂ ਸਾਫ਼ ਕਰੀਏ, ਆਪਣੇ ਘਰਾਂ ਦੇ ਦਰਵਾਜ਼ੇ ਖੋਲੀਏ। ਪਤਾ ਨਹੀਂ ਜਾਂਦੇ ਜਾਂਦੇ ਗੁਰੂ ਸਾਹਿਬ ਜੀ ਕਦੋਂ ਨਜ਼ਰ ਕਿਸੇ ਦੇ ਕਰ ਦੇਣ, ਤੇਰੇ ਮਾੜੇ ਕਰਮ ਬਦਲ ਦੇਣ। ਜਦੋਂ ਕੋਈ ਮਹਾਂਪੁਰਖ ਲੰਘਣ ਉਹਨਾਂ ਦੇ ਰਾਹਾਂ ਦੇ ਵਿੱਚ ਤਾਂ ਕਹਿੰਦੇ ਸਤਿਗੁਰ ਤੇਰੇ ਰਸਤੇ ਅੰਦਰ ਐ ਦਿਲ ਫਰਕ ਵਿਚਾਰਾ ਮੈਂ। ਸਤਿਗੁਰ ਤੇਰੇ ਰਸਤੇ ਅੰਦਰ
जिन्हों ने गुरु नानक जी को पूजिया, कमो मालकी ने साहबजादियां की सेवा की, भावना नाल कीती, उन्हां तो कुर्बान जांदा सी। जदों तक साहबजादियां का नाम जुगो जुग है, कमो मालकी ने जिहड़ी सेवा कमाई है, भावें गरीब थी, भावें अल्ले पल्ले कुछ भी ना होवे, भावें कौडियां भी ना होण, पर जे तू गुरु के प्यारियां की सेवा कमाई होएगी, तेनों नाले जोड़ लैणगे अपने आप को सतनाम। क्योंकि अमीर इत्थे वो नहीं जिहदे कोल धन दौलत है, अमीर कौन है? जिसनों बख्शे सिर्फ सालाह नानक पातशाही पातशाह, जिन्हां कोल सच्चे नाम का खजाना है, जिन्हां कोल है खजाना तेरे नाम का। दुनिया के अमीर बंदियां कोल तां भजदा साडा कोई सानू कोई धन दौलत दे देवेगा, पर उत्ते कोई मतलब होता है। वो अज के दिन साहबजादियां नूं नमस्कारां हो रही है, क्योंकि महापुरुषों को सदा ही सिर चुकता है। क्यों? जिन्ना कोल है खजाना सच्चे नाम का, वो राजे सारी दुनिया में। जिन्ना कोल है खजाना सच्चे नाम का, वो राजे सारी दुनिया महाराज कहते इस दुनिया के उपर जिन्होंने कमाई की उन्होंने सदा ही नमस्कार है। इन्ना इकट्ठ किते नहीं हुंदा होना जिन्ना साहबजादियां नूं अज लखां ही करोड़ां अखियां नमस्कारां करदियां, क्योंकि कमाई उन्हां दी घालना, उन्हां दा सिमरन, उन्हां दी सेवा जो साडे दुनिया ने कीती आपां आप कुर्बान कीता। जदों गंगू दे कोल
ਸਾਹਿਬਜ਼ਾਦਿਆਂ ਨੂੰ ਕੰਮੋਂ ਮਾਸ਼ਕੀ ਨੇ ਭੇਜਿਆ ਵੀ ਇਹ ਗੁਰੂ ਸਾਹਿਬ ਜੀ ਤੱਕ ਪਹੁੰਚਾ ਦੇਣਗੇ। ਤਾਂ ਗੰਗੂ ਦੇ ਪਿੰਡ ਸਹੇੜੀ, ਜਿੱਥੇ ਗੰਗੂ ਦੇ ਪਿੰਡ ਸਹੇੜੀ ਜਿੱਥੇ ਗੰਗੂ ਰਹਿੰਦਾ ਆਪਣੇ ਘਰ ਦੇ ਵਿੱਚ ਲੈ ਗਿਆ। ਆਪਣੇ ਘਰ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਲੈ ਕੇ ਗਿਆ। ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਮਾਤਾ ਗੁਜਰ ਕੌਰ। ਨਮਸਕਾਰ ਕੀਤੀ ਮਾਤਾ ਜੀ ਨੂੰ, ਮਾਤਾ ਜੀ ਨੂੰ ਨਮਸਕਾਰ ਕੀਤੀ, ਘਰ ਦੇ ਵਿੱਚ ਲੈ ਕੇ ਗਿਆ। ਆਖਦੇ ਮੇਰੇ ਧੰਨ ਭਾਗ, ਕਿ ਮੇਰੇ ਧੰਨ ਭਾਗ ਨੇ ਵੀ ਜੋ ਗੁਰੂ ਬਾਜਾਂ ਵਾਲੇ ਪਾਤਸ਼ਾਹ ਦੀ ਮਾਤਾ ਮੇਰੇ ਘਰ ਨੇ। ਗੰਗੂ ਸਮੇਂ ਆਖਦਾ ਵੀ ਮੇਰੇ ਧੰਨ ਭਾਗ ਨੇ। ਕਹਿੰਦੇ ਮਾਤਾ ਜੀ ਦੇ ਕੋਲ ਇੱਕ ਮੋਹਰਾਂ ਦੀ ਥੈਲੀ ਕੋਲ ਹੈ। ਜਦੋਂ ਗੰਗੂ ਦੀ ਨਜ਼ਰ ਪਈ ਨਾ, ਕਹਿੰਦੇ ਇਹ ਮਨ ਡੋਲੇ ਨਾ ਡੋਲੇ, ਪਰ ਜਦੋਂ ਮਨ ਡੋਲਣ ਤੇ ਆ ਜਾਵੇ ਥੋੜੀ ਜੀਆਂ ਕੌਡੀਆਂ ਤੇ ਵੀ ਡੋਲ ਜਾਂਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਦੋਂ ਮਨ ਡੋਲਦਾ ਨਾ, ਫਿਰ ਬੰਦਾ ਚੰਗਾ ਭਲਾ ਧਰਮ ਦੇ ਰਸਤੇ ਤੇ ਜਾਂਦਾ ਜਾਂਦਾ ਬੰਦਾ ਐਸਾ ਬੁਰਾ ਕਰਮ ਕਮਾ ਜਾਂਦਾ ਕਿ ਬੰਦਾ ਥੱਲੇ ਡਿੱਗ ਜਾਂਦਾ। ਪਰ ਹੱਥ ਕਿਸੇ ਦੇ ਨਹੀਂ, ਜਿਸ ਨੂੰ ਆਪ ਖੁਆਏ ਕਰਤਾ ਉਸ ਲਏ ਚੰਗਿਆਈ। ਕਹਿੰਦੇ ਹਰੀ ਉਹਨਾਂ ਤੋਂ ਫਿਰ ਚੰਗਿਆਈਆਂ ਖੋਹ ਲੈਂਦੇ, ਜਿਨ੍ਹਾਂ ਨੂੰ ਆਪ ਖੁਆਏ ਕਰਤਾ ਉਸ ਲਏ ਚੰਗਿਆਈ। ਗੰਗੂ ਦਾ ਮਨ ਡੋਲ ਗਿਆ ਵੀ ਇਹਨਾਂ ਕੋਲ ਮੋਹਰਾਂ ਦੀ ਥੈਲੀ ਹੈ, ਇਹ ਰਾਤ ਨੂੰ ਸੌਣਗੇ, ਮੈਂ ਇਹਨਾਂ ਨੂੰ ਅੱਜ ਆਪਣੇ ਘਰ ਰੱਖਾਂਗਾ। ਉਹਨੇ ਆਖਿਆ ਜਾ ਕੇ, ਕਹਿੰਦੇ ਮਾਤਾ ਜੀ ਨੂੰ ਪਲੰਗ ਦੇ ਉੱਪਰ ਬਿਠਾਇਆ ਗਿਆ, ਸਾਹਿਬਜ਼ਾਦਿਆਂ ਨੂੰ ਬਿਠਾਇਆ ਗਿਆ। ਗੰਗੂ ਦੀ ਮਾਤਾ ਦਾ ਨਾਮ ਹੈ ਸੋਭੀ, ਜਿਹਦਾ ਨਾਮ ਇਤਿਹਾਸ ਵਿੱਚ ਸੋਭੀ ਆਉਂਦਾ ਹੈ ਗੰਗੂ ਦੀ ਮਾਤਾ ਦਾ। ਤੇ ਮਾਤਾ ਨੂੰ ਆਖਦਾ ਹੈ ਕਿ ਮਾਤਾ ਆਪਣੇ ਘਰ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਲਾਲ ਆਏ ਨੇ। ਉਹਨਾਂ ਦੀ ਮਾਤਾ ਆਈ ਹੈ ਧੰਨ ਮਾਤਾ ਗੁਜਰ ਕੌਰ ਜੀ। ਕਹਿੰਦੇ ਮਾਤਾ ਇੱਕ ਕੰਮ ਕਰ, ਉਹਨਾਂ ਕੋਲ ਮੋਹਰਾਂ ਦੀ ਥੈਲੀ ਹੈ, ਜੇ ਆਪਾਂ ਨੂੰ ਉਹ ਮਿਲ ਜਾਵੇ ਆਪਾਂ ਇੰਨੇ ਅਮੀਰ ਹੋ ਜਾਵਾਂਗੇ। ਕਹਿੰਦੇ ਮਾਤਾ ਫਟਕਾਰਾ ਪਾਉਂਦੀ ਹੈ ਵੀ ਗੰਗੂਆ ਤੂੰ 22 ਸਾਲ ਸੇਵਾ ਕਰਕੇ ਆਇਆ, ਤੇਰਾ ਮਨ ਹਜੇ ਵੀ ਨਹੀਂ ਖੜਿਆ। ਉਹ ਤੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨਾਲ ਇਹੋ ਜਿਹਾ ਕਰਮ ਕਮਾਉਣ ਲੱਗਿਆ, ਤੂੰ ਉਹਨਾਂ ਦੇ ਲਾਲਾਂ ਨਾਲ ਇਹੋ ਜਿਹਾ ਕਰਮ ਕਮਾਏਗਾ। ਕਹਿੰਦੇ ਆਖਦਾ ਮਾਤਾ ਤੂੰ ਇੱਕ ਵਾਰ ਜਿਹੜਾ ਪ੍ਰਸ਼ਾਦਾ ਬਣਾਵੇਂਗੀ ਉਹਦੇ ਵਿੱਚ ਜ਼ਹਿਰ ਪਾ ਦੇ। ਪਰ ਮਾਤਾ ਆਖਦੀ ਹੈ ਮੈਂ ਇਹੋ ਜਿਹਾ ਬੁਰਾ ਕਰਮ ਨਹੀਂ ਕਰਨਾ। ਗੰਗੂ ਨੂੰ ਲਾਹਨਤਾਂ ਪਾਉਂਦੀ ਹੈ ਮਾਤਾ। ਮੋਹਰਾ ਕਹਿੰਦੇ ਨੇ ਜ਼ਹਿਰ ਨੂੰ, ਕਹਿੰਦੇ ਮੋਹਰਾ ਕਹਿੰਦੇ ਜ਼ਹਿਰ। ਕਹਿੰਦੇ ਗੰਗੂਆ ਇਹ ਜ਼ਹਿਰ ਨਾ ਖਾਵੀਂ, ਕਿਉਂਕਿ ਗੁਰੂ ਦਾ ਧਨ, ਇਹ ਗੁਰੂ ਜੀ ਦਾ ਧਨ ਪਰਾਇਆ ਹੱਕ ਖਾਣਾ ਜਿਹੜਾ ਲੁੱਟ ਕੇ, ਕਹਿੰਦੇ ਜ਼ਹਿਰ ਆਏ ਗੰਗੂਆ। ਇਹ ਮੋਹਰਾ ਨਾ ਖਾਵੀਂ ਆਖਿਆ ਸੋਭੀ ਨੇ, ਇਹ ਮੋਹਰਾ ਨਾ ਖਾਵੀਂ ਆਖਿਆ ਸੋਭੀ ਨੇ, ਇਹ ਮੋਹਰਾ ਨਾ ਖਾਵੀਂ ਆਖਿਆ ਸੋਭੀ ਨੇ, ਇਹ ਮੋਹਰਾ ਨਾ ਖਾਵੀਂ ਆਖਿਆ, ਇਹ ਮੋਹਰਾ ਨਾ ਖਾਵੀਂ ਆਖਿਆ ਸੋਭੀ ਨੇ, ਇਹ ਮੋਹਰਾ ਨਾ ਖਾਵੀਂ ਆਖਿਆ ਸੋਭੀ ਨੇ। ਮੈਂ ਕਰਦੀ ਕਹਿੰਦੇ ਜਿਵੇਂ ਕੋਮਲ ਫੁੱਲ ਹੁੰਦਾ ਨਾ, ਉਹ ਕੋਮਲ ਫੁੱਲਾਂ ਵਰਗੇ ਸਾਹਿਬਜ਼ਾਦੇ ਨੇ। ਦੇਖੀ ਗੰਗੂਆ ਦੇ ਕਰ ਲੈ ਮੈਂ ਕਰਦੀ, ਇਹ ਫੁੱਲ ਨਾ ਅੱਖ ਵਿੱਚ ਪਾਣੀ, ਕਰ ਲੈ ਮੈਂ ਕਰਦੀ, ਫੁੱਲ ਨਾ ਅੱਖ ਵਿੱਚ ਪਾਣੀ, ਕਰ ਲੈ ਮੈਂ ਕਰਦੀ, ਇਹ ਫੁੱਲ ਨਾ ਅੱਖ ਵਿੱਚ ਪਾਣੀ, ਕਰ ਲੈ ਮੈਂ ਕਰਦੀ, ਫੁੱਲ ਨਾ ਅੱਖ ਵਿੱਚ ਪਾਣੀ, ਕਰ ਲੈ ਮੈਂ ਕਰਦੀ, ਇਹ ਫੁੱਲ ਨਾ ਅੱਖ ਵਿੱਚ ਪਾਣੀ, ਕਰ ਲੈ ਮੈਂ ਕਰਦੀ, ਫੁੱਲ ਨਾ ਅੱਖ ਵਿੱਚ ਪਾਣੀ, ਕਰ ਲੈ ਮੈਂ ਕਰਦੀ। ਜਦੋਂ ਸਾਹਿਬਜ਼ਾਦੇ ਸੁੱਤੇ ਪਏ ਨੇ, ਮਾਤਾ ਦਿਖਾਉਂਦੀ ਹੈ ਵੇਖ ਗੰਗੂਆ ਕਿਉਂ ਜਦੋਂ ਕਮਾਉਣ ਨੂੰ ਸੋਚਦਾ ਹੈ। ਦੇਖ ਵੇ ਗੰਗੂਆ ਕਿਵੇਂ ਸੁੱਤੇ ਨੇ, ਨਾਟਕ ਕੇ ਵੇ ਅੰਗਠੇ, ਦੇਖ ਵੇ ਗੰਗੂਆ ਕਿਵੇਂ ਸੁੱਤੇ ਨੇ, ਨਾਟਕ ਕੇ ਵੇ ਅੰਗਠੇ, ਦੇਖ ਵੇ ਗੰਗੂਆ ਕਿਵੇਂ
ਗੱਲ ਨੂੰ ਸੰਖੇਪੀਏ। ਕਹਿੰਦੇ ਮਾਤਾ ਲਾਂਤਾ ਪਾਉਂਦੀ ਹੈ, ਗੰਗੂਆ ਤੂੰ ਇਹੋ ਜਿਹਾ ਕਹਿਰ ਨਾ ਕਮਾਵੀਂ, ਇਹੋ ਜਿਹਾ ਕਹਿਰ ਨਾ ਕਮਾਵੀਂ, ਕਿਉਂਕਿ ਇਹ ਸਾਹਿਬਜ਼ਾਦੇ ਰੱਬ ਦਾ ਰੂਪ ਨੇ। ਉਹ ਇੱਥੇ ਤਾਂ ਦੁਨੀਆ ਵਿੱਚ ਤੂੰ ਕਿਸੇ ਬੰਦੇ ਨਾਲ ਨਹੀਂ ਕਰਮ ਕਮਾਉਣਾ, ਤੂੰ ਤਾਂ ਗੁਰੂ ਜੀ ਦੀ ਸੰਗਤ ਕਰਕੇ ਆਇਆ। ਕਿਉਂ ਗੰਗੂ ਇਹੋ ਜਿਹਾ ਕਰਮ ਨਾ ਕਮਾਵੀਂ। ਪਰ ਗੰਗੂ ਦੇ ਮਨ ਉੱਪਰ ਮਾਇਆ ਦਾ ਪਰਦਾ ਪਿਆ ਹੋਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਇਹ ਮਾਇਆ ਕਰਕੇ ਬੰਦੇ ਦੇ ਉੱਪਰ ਪਰਦਾ ਪਿਆ ਹੋਇਆ। ਕਾਹਦਾ ਪਰਦਾ? ਕਹਿੰਦੇ ਉਹਦੇ ਮਨ ਦੇ ਉੱਪਰ ਪਰਦਾ ਮਾਇਆ ਦਾ ਪੈ ਗਿਆ, ਜਿਹਦੇ ਕਰਕੇ ਗੰਗੂ ਇਹ ਕਰਮ ਕਮਾਉਣ ਲੱਗੇ ਹੈ। ਮਾਤਾ ਨਹੀਂ ਮੰਨੀ, ਮੈਂ ਜ਼ਹਿਰ ਨਹੀਂ ਪਾਣਾ। ਜਦੋਂ ਰਾਤ ਨੂੰ ਕਹਿੰਦੇ ਸਾਹਿਬਜ਼ਾਦੇ ਆਰਾਮ ਕਰਨ ਲੱਗੇ, ਤਾਂ ਜਦੋਂ ਸਾਹਿਬਜ਼ਾਦੇ ਆਰਾਮ ਕਰਦੇ ਨੇ ਤਾਂ ਮੋਹਰਾਂ ਦੀ ਥੈਲੀ ਚੁਰਾ ਲਈ। ਵੇਖੋ ਕਿੱਡਾ ਜ਼ੁਲਮ। ਜਦੋਂ ਮੋਹਰਾਂ ਦੀ ਥੈਲੀ ਚੁਰਾ ਲਈ, ਸਵੇਰ ਹੋਈ, ਜਾ ਕੇ ਕਹਿੰਦੇ ਰੌਲਾ ਆਪੇ ਪਾਤਾ, ਕਿਉਂਕਿ ਚੋਰ ਨੂੰ ਚੋਰੀ ਦਾ ਡਰ ਪੈ ਗਿਆ। ਰੌਲਾ ਆਪੇ ਪਾਤਾ ਕਿ ਮੇਰੇ ਘਰ ਚੋਰੀ ਹੋ ਗਈ, ਮੇਰੇ ਘਰ ਚੋਰੀ ਹੋ ਗਈ। ਇਕੱਠੇ ਕਰ ਲਏ ਆਲੇ ਦੁਆਲੇ। ਮਾਤਾ ਸਮਝਾਉਂਦੀ ਹੈ, ਗੰਗੂ ਇਹ ਕਹਿਰ ਨਾ ਕਮਾਵੀਂ, ਇਹ ਸਾਹਿਬਜ਼ਾਦੇ ਤਾਂ ਕੋਮਲ ਫੁੱਲ ਨੇ, ਇਹ ਰੱਬ ਦਾ ਰੂਪ ਨੇ। ਮਾਤਾ ਆਖਦੀ ਹੈ, ਮਾਤਾ ਗੁਜਰ ਕੌਰ ਜੀ ਕੀ ਆਖਦੇ ਨੇ? ਕੀ ਆਖਦੇ ਨੇ ਮਾਤਾ ਗੁਜਰ ਕੌਰ ਜੀ ਕਿ ਗੰਗੂਆ ਜੇ ਮੈਂ ਕਿਤੇ ਆਪਣੇ ਕਦੇ ਤੈਨੂੰ ਪੁੱਤਾਂ ਨਾਲੋਂ ਘੱਟ ਸਮਝਿਆ, ਜੇ ਤੈਨੂੰ ਧਨ ਦੌਲਤ ਚਾਹੀਦਾ ਤਾਂ ਤੂੰ ਮੇਰੇ ਤੋਂ ਮੰਗ ਕੇ ਲੈ ਲੈ। ਪੁੱਤਾਂ ਦੇ ਵਿੱਚ ਤੇਰੇ ਵਿੱਚ ਕੀ ਫਰਕ ਹੈ? ਕੀ ਫਰਕ ਮੈਂ ਸਮਝਿਆ? ਪਰ ਉਹ ਗੰਗੂ ਦੇ ਮਨ ਤੇ ਮਾਇਆ ਦਾ ਪਰਦਾ। ਜਦੋਂ ਬੰਦੇ ਦੇ ਮਨ ਤੇ ਮਾਇਆ ਦਾ ਪਰਦਾ ਪਿਆ ਹੋਵੇ, ਬੰਦਾ ਧਰਮ ਦੇ ਰਾਹ ਤੇ ਜਾਂਦਾ ਜਾਂਦਾ ਵੀ ਮਾੜੇ ਕਰਮ ਕਮਾ ਜਾਂਦਾ। ਉੱਥੋਂ ਫਿਰ ਸਾਹਿਬਜ਼ਾਦਿਆਂ ਨੂੰ ਗੰਗੂ ਕਹਿੰਦੇ ਮੁਰੰਡੇ ਕੋਤਵਾਲ ਵਿੱਚ ਜਾਂਦਾ ਹੈ, ਜਿੱਥੇ ਜਾ ਕੇ ਕਹਿੰਦਾ ਕਿ ਮੇਰੇ ਘਰ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਬੈਠੇ ਨੇ, ਕਿ ਜੇ ਤੁਸੀਂ ਉਹਨਾਂ ਨੂੰ ਫੜ ਲਓ, ਕਿਉਂਕਿ ਉਹ ਸਮੇਂ ਤੋਂ ਸਰਕਾਰ ਵਿਰੁੱਧ ਸੀ, ਮੁਗਲਾਂ ਦੀ, ਉਹ ਜ਼ਾਲਮਾਂ ਦੀ ਸਰਕਾਰ ਵਿਰੁੱਧ ਸੀ। ਉਹ ਕਹਿੰਦੇ ਜੇ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਫੜ ਸਕੇ ਤਾਂ ਉਹਨਾਂ ਦੇ ਲਾਲਾਂ ਨੂੰ ਤਾਂ ਫੜ ਲੈਂਦੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਰ ਵੇਖੋ ਗੰਗੂ ਨੇ ਕਿੱਡਾ ਕਹਿਰ ਕਮਾਇਆ। ਰਸਤੇ ਤੇ ਲਿਆ ਰਹੇ ਨੇ, ਸਹੇੜੀ ਪਿੰਡ ਤੋਂ ਮੁਰੰਡੇ ਕੋਤਵਾਲ ਦੇ ਵਿੱਚ ਲਿਆਂਦਾ ਗਿਆ। ਇੰਨਾ ਵੀ ਲਿਖਿਆ ਇਤਿਹਾਸ ਵਿੱਚ, ਕਹਿੰਦੇ ਸਾਹਿਬਜ਼ਾਦਿਆਂ ਦੇ ਪੈਰਾਂ ਨੂੰ ਬੇੜੀਆਂ, ਹੱਥਾਂ ਨੂੰ ਹੱਥ ਕੜੀਆਂ ਲਾਈਆਂ ਉਹਨਾਂ ਜ਼ਾਲਮਾਂ ਨੇ ਲਾਈਆਂ। ਲੋਕੀ ਵੇਖਦੇ ਨੇ ਇਹਨਾਂ ਮਾਸੂਮਾਂ ਦਾ ਕਿਆ ਕਸੂਰ ਹੋਵੇਗਾ, ਇਹਨਾਂ ਦਾ ਕਿਆ ਕਸੂਰ ਹੋਵੇਗਾ ਕਿ ਇਹਨਾਂ ਦੇ ਹੱਥਾਂ ਨੂੰ ਬੇੜੀਆਂ, ਇਹਨਾਂ ਦੇ ਪੈਰਾਂ ਨੂੰ ਬੇੜੀਆਂ, ਹੱਥਾਂ ਨੂੰ ਹੱਥ ਕੜੀਆਂ ਲਾਈਆਂ। ਕੋਈ ਆਖਦਾ ਇਹ ਕੀ ਕਰਿਆ ਹੋਵੇ ਇਹਨਾਂ ਮਾਸੂਮਾਂ ਨੇ, ਇਸ ਬਜ਼ੁਰਗ ਮਾਤਾ ਨੇ, ਤਾਂ ਕੋਈ ਆਖਦਾ ਕਹਿੰਦੇ ਇਹ ਸੱਚ ਬੋਲਦੇ ਨੇ ਤਾਂ ਇਹਨਾਂ ਦੇ ਪੈਰਾਂ ਨੂੰ ਬੇੜੀਆਂ ਲਾਈਆਂ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਦਾ ਭਲਾ ਚਾਹੁਣ ਵਾਲੇ, ਪਰ ਕਈ ਬੰਦਿਆਂ ਨੂੰ ਸਭ ਦਾ ਭਲਾ ਪ੍ਰਵਾਨ ਨਹੀਂ ਵੀ ਸਭ ਦਾ ਭਲਾ ਹੋਵੇ। ਪਰ ਮਹਾਂਪੁਰਖ ਗੁਰੂ ਜਿਹੜੇ ਗੁਰੂ ਨਾਲ ਜੁੜਦੇ ਨੇ, ਰੱਬ ਦੇ ਪਿਆਰੇ, ਜਿਹੜੀਆਂ ਸੰਗਤਾਂ ਰੱਬ ਦੀ ਸੰਗਤ ਕਰਦੀਆਂ, ਰੱਬ ਦੇ ਪਿਆਰਿਆਂ ਦੀ ਸੰਗਤ ਕਰਦੀਆਂ, ਉਹ ਨਹੀਂ ਕਦੇ ਕਿਸੇ ਦਾ ਬੁਰਾ ਚਾਹੁੰਦੇ। ਸਾਹਿਬਜ਼ਾਦਿਆਂ ਨੂੰ ਕਹਿੰਦੇ ਜਦੋਂ ਕੋਤਵਾਲ ਵਿੱਚ ਲਿਆਂਦਾ ਗਿਆ ਮੁਰੰਡੇ, ਉੱਥੇ ਵੀ ਘਰਾ ਉਹਨਾਂ ਨੂੰ ਰੱਖਿਆ ਗਿਆ। ਉਸ ਤੋਂ ਬਾਅਦ ਫਿਰ ਫਤਿਹਗੜ੍ਹ ਸਾਹਿਬ ਜਿਹਨੂੰ ਕਹਿੰਦੇ ਆ, ਸਰਹੰਦ ਵੱਜਦਾ ਸੀ, ਸੂਬਾ ਵਜ਼ੀਰ ਖਾਂ ਜਿੱਥੇ ਰਹਿੰਦਾ ਉੱਥੇ ਰਾਜ ਕਰਦਾ। ਉਹਦੀ ਉਹ ਥਾਂ ਬਣੀ ਹੋਈ ਹੈ ਉਹ ਸਰਹੰਦ ਦੀ, ਤੇ ਜਿੱਥੇ ਸਾਹਿਬਜ਼ਾਦਿਆਂ ਨੂੰ ਲਿਆਂਦਾ ਗਿਆ ਧੰਨ ਮਾਤਾ ਗੁਜਰ ਕੌਰ ਨੂੰ, ਮੁਰੰਡੇ ਦੇ ਕੋਤਵਾਲ ਨੇ ਆ ਕੇ ਖਬਰ ਕੀਤੀ ਵਜ਼ੀਰ ਖਾਂ ਨੂੰ ਕਿ ਸਾਹਿਬਜ਼ਾਦਿਆਂ ਨੂੰ ਜਦੋਂ ਫਤਿਹਗੜ੍ਹ ਸਾਹਿਬ ਲਿਆਂਦਾ ਗਿਆ, ਫਤਿਹਗੜ੍ਹ ਸਾਹਿਬ ਲਿਆ ਕੇ ਪਹਿਲੇ ਦਿਨ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ। ਆਪ ਸਭ ਜਾਣਦੇ ਹੋ ਕਿ ਜਦੋਂ ਠੰਡੇ ਬੁਰਜ ਵਿੱਚ ਸਾਹਿਬਜ਼ਾਦਿਆਂ ਨੂੰ ਰੱਖਿਆ, ਉਹ ਇੰਨਾ ਠੰਡਾ ਸੀ ਕਿਉਂਕਿ ਉਹ ਜ਼ਮੀਨ ਦੇ ਤਲ ਤੋਂ ਉਚਾਈ ਉੱਪਰ ਬਣਿਆ ਹੋਇਆ ਸੀ। ਪੋਹ ਦੀਆਂ ਠੰਡੀਆਂ ਰਾਤਾਂ ਜਿਹਦੇ ਵਿੱਚ ਐਸੀ ਹਵਾ ਵਗਦੀ ਹੈ, ਨਾ ਕੋਈ ਇੰਨਾ ਮੋਟੇ ਵਸਤਰ ਪਾਏ ਹੋਏ ਨੇ ਸਾਹਿਬਜ਼ਾਦਿਆਂ ਨੇ, ਕਿਉਂਕਿ ਰਸਤੇ ਦੇ ਵਿੱਚ ਚੱਲਦੇ ਕੰਡੇ ਅੱਜ ਵਰਗੀ ਠੰਡ ਵੀ ਨਹੀਂ ਸੀ ਪੈਂਦੀ। ਅੱਜ ਤਾਂ ਇੰਨਾ ਪ੍ਰਦੂਸ਼ਣ ਕਰਕੇ, ਗੱਡੀਆਂ ਮੋਟਰਾਂ ਕਰਕੇ ਗਲੋਬਲ ਵਾਰਮਿੰਗ, ਇੱਕ ਗਰਮੀ ਵੱਧ ਰਹੀ ਹੈ, ਪਰ ਉਸ ਸਮੇਂ ਇੰਨੀ ਠੰਡ ਪੈਂਦੀ ਸੀ, ਕਹਿੰਦੇ ਠੰਡ ਸੀਨੇ ਚੀਰ ਕੇ ਜਾਂਦੀ ਸੀ।
ठंडे बुर्ज दे विच जिथे वजीर सूबा सरहंद गर्मी के दिनों में बैठिया करता सी, उत्थे पोह दीआं रातां विच जालमां ने साहबजादियां नूं रखिया। साहबजादियां नूं उत्थे रखिया। पहले दिन, दूजे दिन कहंदे कचहरी लगनी सी। दूजे दिन जदों कचहरी लगनी है, सिपाही आए लैन। धन माता गुजर कौर जी सारी रात समझाउंदे रहे, ऐ लालो देखियो किते बापू दी चिट्टी चादर नूं दाग ना ला दिओ। पहले दिन साहबजादे गए कचहरी दे विच, गज के फतेह बुलाई, वाहिगुरु जी का खालसा वाहिगुरु जी की फतेह। धन गुरु जी ने सानू फतेह भी ऐसी बख्शी है कि बंदा बंदे नूं मिले, उहनूं मिलण लगे भी परमात्मा याद आवे। जाके फतेह बुलाई, वो वेखण नूं खड़े सी कि कदे गुरु गोबिंद सिंह नूं तां नहीं वेखिया, बड़ा नाम है, उन्हां दे लाला नूं वेख लईए। सूबा सरहंद अगे बैठा है ते सुच्चानंद कोल खड़ा है। आख रहे है साहबजादियां नूं कि तुहाडे पिता तां असीं मार दित्ते, हुण तुसीं भी मुसलमान बन जाओ। इत्थे कोई धर्म का रौला नहीं, इत्थे तां गुरु जी ने सिखाया तू जेड़े धर्म च रह रहे अपने धर्म च पक्का रह, किसी का धर्म ना बदल। कहते इन्ने मुसलमान औरंगजेब की तलवार ने नहीं बनाए जिन्ने मुसलमान बाबा फरीद की विचार ने बनाते। आखो सतनाम श्री। क्योंकि धर्म किसी से थोपिया नहीं जा सकता, धर्म तो सारे रब दे ने, बंदा अपने धर्म च रह के असूल रब दे कमावे। ते सुचानंद आखदा है कि वजीदे नूं सिजदा करो, वजीदे नूं सलाम करो। वो आखण लगे, साहबजादे कहंदे असीं सलाम असीं सिजदा तां अपने गुरु पिता नूं इह करदे हां, असीं सत्कार करदे हां, साडा धर्म हर एक दा सत्कार करदा है, पर जिहड़ा जालम है ओहदे लई महाराज ने मीरी दी तलवार भी बख्शी है। उत्थे साहबजादियां ने आखिया, सुचानंद आखदा तुसीं मुसलमान बन जावो, तुहानूं आ दौलत दित्ती जाएगी, तुहानूं आ बेगमां दित्तियां जाणगीਆਂ, तुहाडे वड्डे वड्डे घरां 'च विआह कीता जाएगा। ये लालच पहले दिन दिता गया, पर वो साहबजादे नहीं डोले। पर अज दा समा इहो जिहा आ गया, बंदा श्री साहब भी पाई हुंदी है, बंदे दे दस्तार भी बन्नी हुंदी है। बंदा सरदार इस करके नहीं कि बंदे ने दस्तार बन्नी है, बंदा सरदार तां है जे दस्तार बन के भी जे बुद्धि दे विच जे मत दे विच गुरु नानक दे बचन वसदे ने। आखो सतनाम श्री वाहिगुरू। ऐ सिखा तेरे ते दस्तार भी मान करे भी ये बंदे दा कोई जीवन है, इहने मैनूं सजाया होया है। ਉਹ दस्तार भी अपने आप को भागा वाली समझती होएगी, जेड़ी दस्तार महापुरख हंसाली साहब अपने हंसाली साहब वाले अपनी सीस से सजाते ने, वो दस्तार भी कहती होएगी मैं एक ब्रह्म ज्ञानी के सीस से सजी हुई। आखो सतनाम श्री वाहिगुरू। कपड़ा असी भी उही बंदे उही दस्तार बंदे हैं, पर फर्क है अंदर बिरती का। बस वो बिरती बनाइए, कहते तेरे ते श्री साहब भी मान करे भी ये बंदे ने श्री साहब नूं पाया होया है। ये साहबजादियां दी रहमत है श्री साहब, ये बाबा अजीत सिंह दी रहमत है, गुरु कलगियां वाले दी रहमत है। ये श्री साहब भी मान करे भी ये बंदे का कोई जीवन है, इहो जिहा जीवन अपना बनाइए। जदों साहबजादियां नूं पहले दिन पेश किया, लालच दिते, बड़े डरावे लालच दिते भी तुसीं बन जाओ, नहीं मुसलमान बन जाओ, लालच दिता। कहंदे नहीं असीं अपने धर्म का राह नहीं छड्डना। कहंदे मुसलमान धर्म च किहड़ा नहीं मौत आउणी, जो जिहड़े धर्म च उन्हां नूं रहना चाहिए, कोई किसी का धर्म नहीं बदलना चाहिए। पर वो कट्टड़ताई उन्होंने बनाई हुई सी भी सारे हिंदुस्तान नूं मुसलमान बनावांगे, मुगल बादशाह नाल जोड़ांगे। पर साहबजादे नहीं मन्ने। दूजे दिन कचहरी बंद होंदी है, साहबजादे जाते हैं, सिपाही छड्ड के आउंदे ने ठंडे बुर्ज तक, समझाउंदे जाते हैं बच्चिओ मन जाओ, तुहाडी किस्मत जागी है, तुहानूं वजीदा निहाल कर देवेगा। वो कहते साहबजादे आखण लगे वो निहाल तो सानू बाजां वाले गुरु जी ने बड़ा कीता होया। को सतनाम श्री वाहिगुरू। निहाल तो गुरु जी दियां किते थोड़ियां रहमतां आनंदपुर दे विच वरतदियां सी, वो आनंदपुर दा गुरु जी ने ऐ छड्डता
ਜਿਵੇਂ ਕੋਈ ਬੰਦਾ ਇੱਕ ਬੱਸ ਸਟੈਂਡ ਤੋਂ ਨਿਕਲੇ ਤੇ ਉਹ ਬੱਸ ਸਟੈਂਡ ਨੂੰ ਛੱਡ ਕੇ ਆ ਜਾਂਦਾ, ਐਵੇਂ ਗੁਰੂ ਜੀ ਨੇ ਐਡਾ ਕਿਲਾ, ਐਡਾ ਮਹਿਲ, ਐਡਾ ਸੋਹਣਾ ਸਥਾਨ ਛੱਡ ਕੇ ਆ ਗਏ। ਗੁਰੂ ਜੀ ਵਰਗਾ ਤਿਆਗੀ ਵੀ ਕੋਈ। ਆਖਣ ਲੱਗੇ ਸਾਹਿਬਜ਼ਾਦੇ ਸਾਡੇ ਗੁਰੂ ਜੀ ਤਾਂ ਕੁੱਲ ਕਾਇਨਾਤ ਦੇ ਮਾਲਕ ਨੇ, ਸੂਬਿਆਂ ਮਹਿਲਾਂ ਦੀ ਕੀ ਗੱਲ ਕਰਦੇ, ਉਹ ਤਾਂ ਖੰਡਾਂ ਬ੍ਰਹਿਮੰਡਾਂ ਨੂੰ ਵੀ ਸਾਜ ਦਿੰਦੇ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਮਹਿਲਾਂ ਦੀ ਤਾਂ ਕੀ ਗੱਲ। ਸਾਹਿਬਜ਼ਾਦੇ ਠੰਡੇ ਬੁਰਜ ਵਿੱਚ ਗਏ, ਜਾ ਕੇ ਦਾਦੀ ਜੀ ਨੂੰ ਦੱਸਿਆ ਕਿ ਦਾਦੀ ਜੀ ਕਿ ਏਦਾਂ ਏਦਾਂ ਲਾਲਚ ਦਿੱਤੇ, ਏਦਾਂ ਡਰਾਵੇ ਦਿੱਤੇ, ਪਰ ਅਸੀਂ ਨਹੀਂ ਮੰਨੇ। ਦਾਦੀ ਜੀ ਬੜੀ ਖੁਸ਼ ਹੋਏ, ਕਹਿੰਦੇ ਪੁੱਤਰਾ ਤੁਸੀਂ ਪਾਸ ਹੋਏ ਹੋ ਬੱਚਿਓ। ਆਪਣੇ ਦਾਦੇ ਦੀ ਕਮਾਈ ਜਿਹੜੀ ਨੀਂਹ ਪੱਕੀ ਕੀਤੀ ਧੰਨ ਗੁਰੂ ਅਰਜਨ ਦੇਵ ਜੀ ਨੇ, ਜਿਹੜੀ ਨੀਂਹ ਪੱਕੀ ਕੀਤੀ ਧੰਨ ਗੁਰੂ ਤੇਗ ਬਹਾਦਰ ਨੇ ਤੁਹਾਡਾ ਮਨ ਪੱਕਾ ਕੀਤਾ, ਜਿਹੜੀ ਨੀਂਹ ਪੱਕੀ ਕੀਤੀ ਧੰਨ ਬਾਬਾ ਅਜੀਤ ਸਿੰਘ ਨੇ। ਐਵੇਂ ਨਹੀਂ ਸੀ ਮਨ ਪੱਕੇ, ਇਹ ਤਾਂ ਸ਼ੁਰੂ ਤੋਂ ਹੀ ਚੱਲਿਆ ਆਉਂਦਾ ਸੀ। ਦੂਜੇ ਦਿਨ ਫੇਰ ਸਿਪਾਹੀ ਆਏ, ਸਾਰੀ ਰਾਤ ਦਾਦੀ ਸਮਝਾਉਂਦੀ ਰਹੀ। ਵੇਖੋ ਕੈਸੇ ਉਹ ਲਾਲ, ਕੈਸੇ ਉਹ ਬੱਚੇ ਠੰਡ ਦੇ ਵਿੱਚ ਬੈਠੇ ਨੇ, ਫਿਰ ਵੀ ਵਾਹਿਗੁਰੂ ਵਾਹਿਗੁਰੂ ਕਰਦੇ ਨੇ। ਅੰਮ੍ਰਿਤ ਵੇਲੇ ਉੱਠੇ, ਅੰਮ੍ਰਿਤ ਵੇਲੇ ਉੱਠ ਕੇ ਕਹਿੰਦੇ ਫਿਰ ਪੰਜ ਬਾਣੀਆਂ ਦਾ ਦਾਦੀ ਕੋਲ ਬੈਠ ਕੇ ਪਾਠ ਕੀਤਾ, ਸਿਮਰਨ ਕੀਤਾ, ਗੁਰੂ ਨੂੰ ਯਾਦ ਕੀਤਾ। ਦਾਦੀ ਨੇ ਅਰਦਾਸ ਕੀਤੀ, ਅਕਾਲ ਪੁਰਖ ਅੱਗੇ ਮੇਰੇ ਬੱਚਿਆਂ ਤੇ ਬੜੇ ਕਰੜੇ ਪਰਚੇ ਪੈਣੇ ਨੇ, ਇਹਨਾਂ ਦੇ ਸਿਰ ਤੇ ਹੱਥ ਰੱਖਿਓ। ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਪ੍ਰਭੂ ਜੀ ਹੱਥ ਰੱਖਿਓ। ਦੂਜੇ ਦਿਨ ਸਿਪਾਹੀ ਆਏ, ਫੇਰ ਅੱਜ ਲਾਲਾ ਨੂੰ ਲੈ ਕੇ ਗਏ। ਕਹਿੰਦੇ ਅੱਜ ਪਰ ਜਿਹੜਾ ਕਚਹਿਰੀ ਦਾ ਗੇਟ ਸੀ, ਉਹ ਗੇਟ ਕਹਿੰਦੇ ਨੀਵਾਂ ਕੀਤਾ ਹੋਇਆ ਸੀ। ਕਿਉਂ? ਕਹਿੰਦੇ ਜਦੋਂ ਸਾਹਿਬਜ਼ਾਦੇ ਅੰਦਰ ਸੀਸ ਝੁਕਾ ਕੇ ਵੜਨਗੇ ਤਾਂ ਸਾਰੇ ਜਿੰਨੇ ਕਚਹਿਰੀ ਦੇ ਅੰਦਰ ਬੈਠੇ ਹੋਣਗੇ ਸਾਰੇ ਤਾੜੀਆਂ ਮਾਰਨਗੇ ਵੀ ਇਹਨਾਂ ਨੇ ਸੀਸ ਸੂਬੇ ਵਜ਼ੀਰ ਖਾਂ ਦੇ ਅੱਗੇ ਝੁਕਾ ਦਿੱਤਾ। ਕਹਿੰਦੇ ਪਰ ਸਾਹਿਬਜ਼ਾਦੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਿੱਚ ਅਕਾਲ ਪੁਰਖ ਦੀ ਜੋਤ ਹੈ ਤਾਂ ਉਹਨਾਂ ਦੀ ਰਹਿਮਤ ਸਾਹਿਬਜ਼ਾਦਿਆਂ ਤੇ ਵੀ ਉਨੀ ਹੋ ਹੈ। ਉਹਨਾਂ ਨੂੰ ਕੌਣ, ਸਾਹਿਬਜ਼ਾਦੇ ਰੱਬ ਦਾ ਰੂਪ, ਰੱਬ ਨੂੰ ਛੜਿਆ ਨਹੀਂ ਜਾ ਸਕਦਾ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਰੱਬ ਦੇ ਅੱਗੇ, ਗੁਰੂ ਦੇ ਅੱਗੇ, ਗੁਰੂ ਦੇ ਪਿਆਰਿਆਂ ਦੇ ਅੱਗੇ ਕਦੇ ਸਿਆਣਪ ਨਹੀਂ ਚੱਲ ਸਕਦੀ। ਉਹ ਤਾਂ ਤੇਰੇ ਦਿਲਾਂ ਦੀਆਂ ਭਾਵਨਾਵਾਂ ਪੜ੍ਹ ਲੈਂਦੇ ਨੇ, ਕੀ ਤੂੰ ਸੋਚਣਾ ਉਹ ਤਾਂ ਇਹ ਵੀ ਜਾਣਦੇ ਨੇ। ਇਹੋ ਜਿਹਾ ਉਹਨਾਂ ਦੀ ਕਮਾਈ ਘਾਲਣਾ ਹੁੰਦੀ ਹੈ। ਤੇ ਕਹਿੰਦੇ ਦੂਜੇ ਦਿਨ ਉਹ ਕਚਹਿਰੀ ਲੱਗੀ। ਜਦੋਂ ਦੂਜੇ ਦਿਨ ਕਚਹਿਰੀ ਲੱਗੀ, ਉਹਨਾਂ ਨੇ ਪਹਿਲਾਂ ਆਪਣਾ ਪੈਰ ਅੱਗੇ ਰੱਖਿਆ, ਸੀਸ ਨਹੀਂ ਝੁਕਾਇਆ, ਪੈਰ ਅੱਗੇ ਰੱਖਿਆ। ਸਾਰੇ ਹੈਰਾਨ ਮੰਨ ਗਏ। ਸੁੱਚਾ ਨੰਦ ਆਖਦਾ ਕਿ ਤੁਸੀਂ ਸਲਾਮ ਕਰੋ ਵਜੀਦੇ ਨੂੰ। ਕਹਿੰਦੇ ਸਾਹਿਬਜ਼ਾਦੇ ਨਹੀਂ ਮੰਨੇ, ਗੱਜ ਕੇ ਫਤਿਹ ਬੁਲਾਈ ਉੱਥੇ ਵੀ ਜਾ ਕੇ। ਆਖਿਆ ਤੁਹਾਡੇ ਪਿਤਾ ਨੂੰ ਸ਼ਹੀਦ ਕਰ ਦਿੱਤਾ, ਤੁਹਾਡੇ ਪਿਤਾ ਨੂੰ ਮਾਰ ਦਿੱਤਾ। ਬਾਬਾ ਫਤਿਹ ਸਿੰਘ ਬੋਲੇ, ਕਹਿੰਦੇ ਕੌਣ ਹੈ ਉਹ ਸੂਰਮਾ ਜਿਹੜਾ ਸਾਡੇ ਪਿਤਾ ਨੂੰ ਕੋਈ ਹੱਥ ਵੀ ਲਾ ਜਾਵੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਤਾਂ ਦੁਨੀਆ ਦੇ ਦਾਤੇ ਨੇ, ਉਹਨਾਂ ਨੂੰ ਕੌਣ ਹੱਥ ਲਾਉਣ ਵਾਲਾ ਹੈ। ਕਹਿੰਦੇ ਕਿਹੜਾ ਸੂਰਮਾ ਹੈ? ਤਾਂ ਸਾਰੇ ਕਚਹਿਰੀ ਜਿਹੜੀ ਲੱਗੀ ਹੋਈ ਸੀ, ਸਾਰਿਆਂ ਨੂੰ ਹੀ ਮੂੰਹ ਆਪਣੇ ਥੱਲੇ ਕਰਨੇ ਪਏ ਸੀ, ਕਿਉਂਕਿ ਉਹਨਾਂ ਤੋਂ ਦੱਸੇ ਨਹੀਂ ਹੋਇਆ ਕੌਣ ਗੁਰੂ ਗੋਬਿੰਦ ਸਿੰਘ ਜੀ ਨੂੰ ਫੜ ਸਕਦਾ, ਕੌਣ। ਨਾ ਉਹ ਮਰੇ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੀ। ਉਹਨਾਂ ਨੂੰ ਕੋਈ ਨਹੀਂ ਠੱਗ ਸਕਦਾ, ਕੋਈ ਨਹੀਂ ਮਾਰ ਸਕਦਾ। ਦੂਜੇ ਦਿਨ ਡਰਾਵੇ ਦਿੱਤੇ ਗਏ ਕਿ ਮੁਸਲਮਾਨ ਬਣ ਜਾਵੋ, ਨਹੀਂ ਤੁਹਾਡੇ ਨਾਲ ਆ ਕੀਤਾ ਜਾਵੇਗਾ। ਨਹੀਂ ਮੰਨੇ, ਕਹਿੰਦੇ ਸੂਬਿਆ ਜੋ ਤੂੰ ਮਰਜ਼ੀ ਕਰ ਲਾ, ਅਸੀਂ ਨਹੀਂ ਮੰਨਣਾ। ਕਹਿੰਦੇ ਫਿਰ ਕੋਲ ਬੈਠਾ ਸੁੱਚਾ ਨੰਦ ਆਖਦਾ ਕਾਜੀ ਤੋਂ ਫਤਵਾ ਕਢਾਇਆ ਗਿਆ, ਕੋਈ ਕਿਸੇ ਦਾ ਧਰਮ ਨਹੀਂ ਮਾੜਾ ਹੁੰਦਾ, ਕਿਸੇ ਧਰਮ ਚ ਆਗਿਆ ਨਹੀਂ ਸੀ। ਕਾਜੀ ਨੇ ਆਗਿਆ ਉਸ ਟਾਈਮ ਨਹੀਂ ਸੀ ਦਿੱਤੀ। ਕਹਿੰਦੇ ਉਹ ਜਦੋਂ ਫਤਵਾ ਪੜ੍ਹਿਆ ਗਿਆ ਕਿ ਇਹਦੇ ਵਿੱਚ ਲਿਖਿਆ ਹੈ ਕਿ ਕਿਸੇ ਵੀ ਇੰਨੀ ਨਿੱਕੀ ਉਮਰ ਦੇ ਬੱਚੇ ਨੂੰ ਸਜ਼ਾ ਨਹੀਂ ਦੇ ਸਕਦੇ। ਪਰ ਸਰਹੰਦ ਵਜ਼ੀਰ ਖਾਂ ਨੇ ਆਪਣੀ ਹਕੂਮੀਅਤ ਦਾ ਹੰਕਾਰ ਕਰਦੇ ਹੋਏ ਕਾਜੀ ਨੂੰ ਹੁਕਮ ਲਾਇਆ ਵੀ ਤੂੰ ਫਤਵਾ ਇਹੋ ਜਿਹਾ ਪੜ੍ਹ, ਨਹੀਂ ਤੇਰੀ ਜਾਨ ਨਹੀਂ ਬਖਸ਼ੀ ਜਾਏਗੀ। ਜਦੋਂ ਪੋਲੀਟਿਕਸ, ਜਦੋਂ ਰਾਜਨੀਤਿਕ ਧਰਮ ਤੇ ਹਾਵੀ ਹੋ ਜਾਵੇ ਫਿਰ ਸੰਸਾਰ ਦੇ ਉੱਪਰੋਂ ਸੱਚਾਈ ਦੂਰ ਹੋ ਜਾਂਦੀ ਹੈ। ਧਰਮ ਦੇ ਅੰਦਰ ਰਾਜਨੀਤੀ ਰਹਿਣੀ ਚਾਹੀਦੀ ਹੈ। ਤਾਂ ਹੀ ਗੁਰੂ ਜੀ ਨੇ ਅਕਾਲ ਤਖਤ ਬਣਾਇਆ ਸੀ ਕਿ ਪਹਿਲਾਂ ਪੀਰੀ ਦੀ ਤਲਵਾਰ, ਫੇਰ ਵੀਰ।
कि धर्म वड्डा है, धर्म के जे अंडर होके राज चलेगा, धर्मी बंदे होणगे, कोई पाप नहीं होएगा, कोई झूठ नहीं होएगा, कोई बुरे कर्म नहीं होणगे। ते साहबजादियां नूं ओ काजी ने फतवा पढ़िया, की लाया, कहंदे इन्हां जिउंदियां नूं नीहां विच चिण दित्ता जावे। आखो सतनाम श्री वाहिगुरू। इन्हां नूं जिउंदे ही नीहां दे विच चिण दित्ता जावे। तां कहंदे उदों फिर जिहड़ा शेर खां मुहम्मद बैठा सी मलेरकोटले दा नवाब, वो आखण लग्या, ऐ सूबा सरहंद वजीर खां, जे तेरी लड़ाई इन्हां दे पिता नाल है, गुरु गोबिंद सिंह नाल है, तां इन्हां बच्चियां दा कसूर ना कढ। आखो सतनाम श्री वाहिगुरू। जिन्हें एक बार भी हाँ का नारा मारिया भी इन्हां साहबजादियां नूं शहीद ना कर, इन्हां नूं ये पाप ना कमावी, ओदे नाम ते भी अज फतेहगढ़ साहब गेट बनिया होया। यही फर्क है, जिहड़ा इस संसार दे विच आके चंगा कर्म कमा के जावेगा, दूजे दा भला करके जावेगा, उन्हां नूं जय जयकारां सदियां सदा ही हुंदियां रहणीआं। जिहड़े बंदे इत्थे पाप कमांदे जाणगे, उन्हां नूं सदा ही इस संसार तो लानतां पैंदियां रहणीआं, सदा ही लानतां पैंदियां रहणीआं। कोई नहीं जानदा, कोई नहीं रंगे नूं मत्था टेकदा, पर साहबजादियां दे निशान साहब अज दुनिया च झुलदे ने। आखो सतनाम श्री वाहिगुरू। कहंदे फतवा लाया, इन्हां नूं जिउंदे नीहां दे विच चिण दित्ता जावे। आखो सतनाम श्री वाहिगुरू। सानू इन्ना पता लग जाए भी तेनू अज मार देना है, तेरी मौत है, वो बंदा जदे डेड हो जाता, जदे बंदा सुन हो जाता है। पर कैसा अमृत गुरु गोबिंद सिंह महाराज जी का, कैसी बख्शिश साहबजादे अडोल खड़े ने, ऐसी सिक्खी की दात महाराज ने बख्शी है कि जे बंदे तेनू धर्म के राह ते अपना सीस भी कटवाना पै जावे तां कदे डोली ना। अज कोई साडा सीस नहीं कटदा, कोई सानू कुछ नहीं कह रहा, पर असीं फिर भी धर्म के रस्ते तो, चंगे कर्मां के रस्ते तो बंदा थिड़क जांदा। ते साहबजादियां नूं इह फतवा लाया, कहंदे कि भी इन्हां नूं जिउंदे नीहां च चिण दित्ता जावे। कचहरी बंद हुई, बड़ा समझाया से कचहरी दे विच। जदों कचहरी बंद हुई, नाल सिपाही आ रहे ने, कहंदे बच्चिओ मन जागो, क्यों जान गवाउंदे हो? ऐ बच्चिओ मन जागो, क्यों जान गवा रहे हो? कहंदे साहबजादे दादी माता कोल पहुंचे, जाके नमस्कार कीते, बड़े चढ़दी कला नाल आखिया कि बड़े लाल बत्ते, कहंदे माता जी इन्ना के आख्या कि तुहानू जिउंदे नीहां च चिण देवांगे, मार थोड़ी देणगे। आखो सतनाम श्री वाहिगुरू। कहंदे इन्ना ही आख्या भी जिउंदे नीहां च चिण देवांगे। वेखो हौसले साहबजादियां दे, धन कमाई साहबजादियां दी। बाबा मोती राम मेहरा जी आउंदे ने, वो पौड़ी ला के चोरी किसी नूं अपने घर वाली दी गहने भी बेच के किसी सिपाही नूं उत्थे जाके दुध पिलाउंदे ने। जिहड़े अज लंगर लाए जाते ने, ये भावना करके लाए जाते ने भी असीं संगत नूं छकाता, जिहो जिहा असीं साहबजादियां नूं छकाता। तो सतनाम श्री वाहिगुरू। ये भावना की गल है। कहते जाके माता नूं दसदे ने, फिर माता फिर सिमरन विच बैठदी है। दूजे दिन सवेर होती है, माता बड़े प्यार दे नाल चाव दे नाल तैयार करती है, जिवें किसी लाड़े नूं तैयार कीता जांदा ब्याह वाले नूं। माता नूं पता है तेरे सोने लाला ने माता जी मुड़ के कदे नहीं आउणा, तेरे सोने लाला ने माता जी मुड़ के कदे नहीं आउणा, तेरे सोने लाला ने माता जी मुड़ के कदे नहीं आउणा, सोने लाला ने माता जी मुड़ के कदे नहीं आउणा, तेरे सोने लाला ने माता जी मुड़ के कदे नहीं आउणा, सोने लाला ने माता जी मुड़ के कदे नहीं आउणा। साहबजादियां नूं लै के माता ने बड़े प्यार दे नाल तोड़िया। माता जी तकदे ने जदों साहबजादियां नूं लै के, देखी जांदे ने जदों तक अखां तो ओले ना हो गए,
वो जगह पे लैके जिथे साहबजादियां नूं नीहां विच चलना सी। कोई नहीं मनता ये पाप कमाउण लई, क्योंकि ये तो बड़ा पाप कोई नहीं। दो जलादां नूं बुलाया गया जिन्हां दा सरहंद दी कचहरी विच केस चलदा सी। उन्हां नूं बुला के आख्या गया तुहाडा केस बंद कर दिता जाएगा, तुसीं इह नीहां विच चलण दा काम करो। कहते पहलां तां नहीं मन्ने, उन्हां नूं भी डराया गया तुहानूं मार दिता जाएगा। फिर वो मन्ने, क्योंकि इहदा पाप कोई आम बंदा नहीं कर सकता। ये तो कोई जमा ही बंदा गिरिया होवे तां बंदा इहदा जिहदे माड़े कर्म होण। साहबजादियां नूं नीहां विच चढ़ाया गया। वो नीहां दे विच चढ़ा के जदों कहते दीवार गोडियां तक पहुंची, जदों लगे ना इट नूं घड़न ते साहबजादे आखदे ने जे सिੱਖੀ दी कंध उतरन लगी है इट नूं ना घड़ी, साडियां भावे चपड़ियां ला दिया तो सतनाम श्री वाहिगुरू। वो साहबजादियां नूं याद कदे करे तां सही, अखां बंद करके उन्हां दा ध्यान करिए तां सही। बड़ी दुनिया फतेहगढ़ साहब जाती है, बिरले ने जेड़े लंगर विच जाके सेवा कमाउंदे ने, उन्हां साहबजादियां नूं प्रत्यक्ष समझ के संगत दी सेवा करते ने, नी बहुते तां घुमण फिरने जाते ने। कोई बिरले ने जेड़े उन्हां दा ध्यान करके बैठदे ने, उन्हां नूं चेते करदे ने, क्योंकि वो तां सदा ही वरतते ने। कहते साहबजादियां नूं नीहां विच चलिया, पर जदों दीवार छाती तक पहुंची वो दीवार डुब जाती है। साह तंग हो गए, थोड़े थोड़े साह चलते ने, थोड़ियां जिहियां सट्टां भी लगियां। इत्थे तक इतिहास विच दर्शाया है, कहते उन्हां दी साह रगदी उन्हां जलादां ते कट्टी है। तां साहबजादियां दा शरीर ज्योति जोत रली संपूर्ण किया राम। पर बंदिया तू समझिया कर क्यों, किसे फुल ना जाओ उपकार, नीहां विचों लाल बोल के, किसे फुल ना जाओ उपकार, नीहां विचों लाल बोल के, किसे फुल ना जाओ उपकार, नीहां विचों लाल बोल के, किसे फुल ना जाओ उपकार, नीहां विचों लाल बोल के। महाराज कहते उन्हां दे उपकार नूं ना भुल्ली महापुरख रखदे, क्योंकि जेड़ा कुछ वो करदे कोई होर नहीं कर सकता। उपकार नूं ना भुल्ली, बंदे नूं कोई बंदा तोरे फरीदा दुनी बजाई वजदी, तू भी बजै नाल सोई जियो ना बजदा, जित अल्लाह करदा हाल। बंदा कोई किसी नूं माड़े राह तोरे, बंदा जदे तुर पैंदा अपने धर्म नूं छड्ड के, वो जे बंदा वो रस्ते ते तुर पिया माड़े राह ते, पर जेड़ा सिੱਖੀ दा राह बनया किवें है, साहबजादियां ने खून डोल के बनाया को सतनाम श्री वाहिगुरू। बड़े बड़े बाबियां दीयां शहीदियां होईयां, ऐ बंदिया उन्हां दे उपकार नूं ना भुल्ली। कहंदे जदों कोई परिवार वाले कोई मापियां नूं किसी का बच्चा धक्के मारदा ना, कलयुग के समय विच हुंदा है, अपने मापियां नूं धक्के मार दिंदे ने। ਉਹੀ ਬੱਚੇ ਹੁੰਦੇ ਨੇ ਜਿਹੜੇ ਮਾਪਿਆਂ ਨੇ ਆਪਣਾ ਅੱਧਾ ਰੂਪ ਦੇ ਕੇ ਉਹ ਬੱਚੇ ਜੰਮੇ ਹੁੰਦੇ ਨੇ। ਜਦੋਂ ਉਹੀ ਬੱਚੇ ਮਾਪਿਆਂ ਨੂੰ ਧੱਕੇ ਮਾਰਦੇ ਨੇ, ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋਏਗੀ। ਧੰਨ ਸਾਹਿਬਜ਼ਾਦੇ ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀਆਂ ਦਿੱਤੀਆਂ, ਅਸੀਂ ਉਹਨਾਂ ਨੂੰ ਹਿਰਦੇ ਵਿੱਚ ਵਸਾਉਣਾ ਸੀ, ਪਰ ਅਸੀਂ ਤਾਂ ਹਿਰਦੇ ਵਿੱਚ ਹੋਰ ਮਾੜੇ ਕਰਮਾਂ ਨੂੰ ਵਸਾ ਲਿਆ। ਸੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਜਿਵੇਂ ਮਾਪੇ ਆਖਦੇ ਨੇ, ਪੁੱਤਰਾ ਸਾਡਾ ਪਿਆਰ ਪਹਿਲਾਂ ਵਿੱਚ ਨਾ ਰੋਣੀ, ਤੈਨੂੰ ਮੈਂ ਆਪਣਾ ਅੱਧਾ ਰੂਪ ਦੇ ਕੇ ਪੈਦਾ ਕੀਤਾ। ਐ ਸਿੱਖਾਂ ਸਾਹਿਬਜ਼ਾਦਿਆਂ ਦੇ ਰੂਪ ਵਿੱਚੋਂ ਤੂੰ ਪੈਦਾ ਹੋਇਆ, ਦੇਖੀ ਧਰਮ ਦੇ ਰਾਹ ਤੋਂ ਡਰਲੀ ਨਾ, ਕੋਈ ਮਾੜਾ ਐਸਾ ਕਰਮ ਨਾ ਕਮਾਈ।
साडा पैरां हेठ रोड़ी ना पिया नीवा विचों लाल बोलदे साडा पैरां हेठ रोड़ी ना पिया नीवा विचों लाल बोलदे साडा पैरां हेठ रोड़ी ना पिया नीवा विचों लाल बोलदे साडा पैरां हेठ रोड़ी ना पिया ਉਹ ਲਾਲ ਅੱਜ ਵੀ ਬੋਲਦੇ ਨੇ ਕਹਿੰਦੇ ਫੇਰ ਸਾਹਿਬਜ਼ਾਦਿਆਂ ਦੇ ਸੀਸ ਜਦੋਂ ਸ਼ਹੀਦ ਹੋ ਗਏ ਜਦੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਕਹਿੰਦੇ ਜਦੋਂ ਸਰੀਰ ਪਿਆ ਤਾਂ ਉੱਥੇ ਸਰੀਰ ਪਿਆ ਜਿਹੜਾ ਉੱਥੋਂ ਦਾ ਰਹਿਣ ਵਾਲਾ ਦੀਵਾਨ ਟੋਡਰ ਮੱਲ ਉਹਨੇ ਆ ਕੇ ਆਖਿਆ ਕਿ ਸੂਬੇ ਸਰਹੰਦ ਵਜ਼ੀਰ ਨੂੰ ਕਿ ਮੈਂ ਇਹਨਾਂ ਸੀਸਾਂ ਦਾ संस्कार करना है उन्होंने लैके जाना कहते पर सरूपा वजीर सरहंद जिहड़ा सरहंद दा वजीर खां आखदा टोडर मल नूं दीवान टोडर मल नूं क्योंकि जेड़े बंदे दे मन ते पाप चढ़िया होवे पता हुंदा भी पाप माड़ा है पर पापी नूं प्यारा लगदा ते आखदा कि तेनों जगह देनी पएगी जिहड़ी सोने दीयां मोहरां बिछा के पहलां बिछा के आखिया सी उहने सोने दीयां मोहरां बिछा दी ये जगह मिल जाएगी कहंदे उहने अपना घर-बार सब कुछ बेच के सोने दीयां मोहरां जाके जिथे ज्योति स्वरूप साहब बने हैं उत्थे बिछाईआं जदों वजीर खां ने फिर हुक्म भेजिया कहंदा हुण की हुक्म भेजिया कहंदा सोने दीयां मोहरां खड़ियां करके जगह दो आखो सतनाम श्री जे तां मोहरां बिछाउने आ तां जगह ज़्यादा कवर हो जाती है पर जदों खड़ियां होंदियां फिर बहुत घट फिर होर कहंदे उहने अपने घर वाली दे गहने की अपना घर दा समान भी बेचिया फिर वो मोहरां खड़ियां करके वो जगह खरीदी ऐसी महंगी जगह जिहड़ी जगह दा अज तक ना कदे मुल पिया ना कदे दुनिया दे विच पैणा दुनिया दे विच सर्वेखण होया कि दुनिया दे विच सब तो महंगी जगह किथे है कि इंडिया विच किथे पंजाब विच किथे फतेहगढ़ साहब की धरती ते ज्योति स्वरूप साहब जिहड़ी अज तक ना किसी ने खरीदनी है ना किसी तो खरीद होनी है जिहड़ी सोने दीयां मोहरां खड़ियां करके जगह विच तन ने साहबजादियां दी कमाई तन दीवान टोडर मल दी कमाई ते ओ मोहरां जगह लई कहंदे ओहने उस सीसां कोल जाके एक सीस बाबा जोरावर सिंह जी दा ओहने आप चुकिया बाबा फतेह सिंह जी दा वो कोमल जिहा शरीर 7 साल की उम्र उहदी घरवाली ने चुकिया ते माता गुजर कौर दा सीस 4 बंदे किराए ते बुलाए क्योंकि कोई डरदा नेड़े नहीं सी आउंदा किते वजीर खां सानू जेल विच ना पा दे 4 बंदे किराए ते बुलाए उथों लिया के सीस ज्योति स्वरूप साहब बड़े औखे लियांदा उस समय तां 4 तुरे पर अज जदों फतेहगढ़ साहब तो ज्योति स्वरूप साहब ली नगर कीर्तन तुरदा है अज लखां करोड़ां ही अखियां उहदां दे दर ते झुकदियां उहनां दे पिछे पिछे साहबजादियां दी आउंदियां अज भी ये महसूस करदी है अज ये भावना बनाउणी है कि जे ओ समय साहबजादियां दे पिछे नहीं तुरे अज लखां ही अखियां उहनां दे पिछे तुरदियां तो सतनाम श्री वाहिगुरू आओ उन्हां दी कुर्बानी नूं समझिए उन्हां दी कुर्बानी नूं की असीं गा सकदे हां उन्हां दी की महिमा नूं गा सकदे उन्हां दी महिमा बड़ी बेअंत है बस उन्हां दे तत्त नूं समझिए कि उन्हां ने शहीदी क्यों दित्ती उन्हां ने शहीदी दित्ती भी दुनिया दे उपरों जुल्म दूर होवे माड़े कर्म दूर होण महापुरख आउंदे ने महापुरख दुनिया विच आके संसार विच आके दुनिया नूं सिद्धे रस्ते पाउंदे ने जे बंदिया फिर भी तू सिख बन के भी सिख घराणे पैदा होके भी जे फिर भी बंदा माड़े कर्म कमावे फिर लानत है देखी जेड़ा बेकीमती रस्ता साहबजादियां ने सिरजिया अपना खून डोल के किते ओ रस्ते तो उल्ट होके होर माड़े कर्मां दे रस्ते ते ना चल पैनी उन्हां बाबियां दी शहीदी नूं हमेशा याद रखी
ਜਿਹੜਾ ਯਾਦ ਰੱਖੇਗਾ। जाके अरदास करिए, साहबजादियों कृपा करो, सानू सिक्खी दी दात बख्शो, सानू नाम दी दात बख्शो, साडे ते कृपा करो गुरु ग्रंथ साहिब महाराज जी, सानू नाम दी दात बख्शो। साहबजादियां दे दिन चलदे ने, महापुरखां दे बचन उत्थे जाके करने भावीं साहब दी धरती ते, कहंदे भाई साहबजादियां दे दिनां च बैठ के वाहिगुरू वाहिगुरू भजन करो, क्योंकि उन्हां नूं शहीद तां कोई नहीं सी कर सकदा, पर उन्होंने कहते कोई शहीदी कोई मजबूर होके नहीं, उन्होंने हस के शहीदी दती है, उन्होंने हस के शहीदी दती है, उन्होंने कोई मजबूर नहीं सी कर सकता, वो तो अपनियां जाना सदा ही साडे उपरों वार गए। ये हुण असीं समझना है कि उन्हां दी कुर्बानी दा असीं की मुल पाउंदे, उन्हां दी कुर्बानी दा मुल पाईए। असीं नहीं उन्हां नूं कुछ भेंट कर सकते, असीं उन्हां दे चरणां 'च सदा ही नमस्कारां करते रहिए, सदा ही उन्हां नूं हिरदे 'च बसा के रखिए, उन्हां दे बचनां नूं कमाईए जिहड़े कारणां करके शहीदी होई है। कदे सिੱਖੀ दा राह ना छड्डीए, कदे सच दा राह ना छड्डीए। जिंदगी 'च भावें कोई मुश्किल आ जावे, कदे जिंदगी 'च माड़ा कर्म ना कमाईए। आखो सतनाम श्री वाहिगुरू। जदों माड़ा कर्म कमाण लगे बंदिया तैनूं फतेहगढ़ साहब दीआं नीहां याद आ जाण, जिन्हों नीहां याद आ गईयां बंदिया कदे दिल अखां बंद करके सोच ली मेरे साहबजादे साडे साहबजादियां ने आ कुछ कीता है, देखी बंदिया उन्हां दे किते दसे होए रस्ते तो भटकना चाहते, बस फिर बंदा कदे दिखता नहीं। आओ होइयां भुल्लां चुकां दी खिमा करनी, सतगुरु जी बख्शनहार ने, गुरु ग्रंथ साहिब महाराज जी बख्शनहार ने, साहबजादे बख्शनहार ने, सब ने रल मिल के ये महापुरुषों के पावन अस्थान से आके बड़े प्रेम सत्कार के नाल हर रोज महापुरुषों की बरसी के संबंध में प्रेम प्यार नाल जुड़ते हो। महापुरुष इत्थे वसदे ने, आउंदे रहो, महापुरुष कृपा कर देंगे। आ कीर्तन की कृपा भी हंसाली वाले महापुरुषों की कृपा है। भावियां साहब की धरती से महापुरुष बड़े रंग बरताउंदे ने। हुण भी संत बाबा परमजीत सिंह जी उत्थे जाके बड़ा प्यार बरताउंदे ने, बड़ियां रहमत उत्थे बड़ा प्यार सत्कार बख्शिश करते ने। उन्हां दा शुकराना है जिन्हां ने सानू निमाणियां नूं, सानू कलयुगी जीवां नूं, असीं इन्ने लायक नहीं कि असीं ऐसे महापुरुषां दे दर ते बैठ के उन्हां दे गुण गा सकीए, साहबजादियां दे गुण गा सकीए। ये तां महापुरुषां ने मेहर करके धन बाबा अजीत सिंह जी ने सानू अपने चरणां 'च बिठाया। भुल्लां चूकां दी खिमा कर देण। शुकराना महापुरुषों का धन महाराज संत बाबा अजीत सिंह जी हंसाली साहब वाले, गुरु ग्रंथ साहिब महाराज जी का शुकराना। शुकराना महापुरुष बाबा परमजीत सिंह जी होर समूह सेवादारां दा। आप बड़े कर्मा वाले हो जिहड़े ऐसे महापुरुषों के चरणों 'च बैठ के कोई जोड़ियां की सेवा करता है, कोई झाड़ू की सेवा करता है, कोई किवें करता है। हरेक की महाराज ने ड्यूटी आप लाई है। तानो जिहड़े ऐसे महापुरुषों के दर्शन करते हो जिन्हां दा नाम महापुरुषों के मन में वसिया होंदा है। जदों किसी नूं आवाज़ मार के महापुरुष बुलाउंदे होणगे उन्हां दे मन में सदा उन्हां प्यारियां दा नाम भी बस जाता है। आखो सतनाम श्री वाहिगुरू। धन ने महापुरुष जिन्हां ने इन्ने साल आप सब सेवादार महापुरुषों के प्रेम विच, महापुरुषों के सत्कार विच सेवा करते हो। होइयां भुल्लां चूकां दी खिमा करनी। गुरु महापुरुषों का संग करके, साहबजादियां का संग करके बंदा कर जांदा है। आओ आखिरी धारणा पढ़ के समाप्ति करिए। सच्चे पातशाह मेहर करन। ऐ महाराज मेहर करियो सच्चे पातशाह जी, कृपा करियो। तुहाडे चरणां दे नाल जुड़ के खोटे भी खरे हो जाते हैं। जे तुहाडी कृपा हो जाए, तुहाडी मेहर हो जाए, बंदे का जीवन भी बदल सकता है। कोई भुल्लां चूकां दी खिमा करन, सतगुरु जी मेहर करन। श्लोक पवन गुरु पाणी पिता वादा करत समाज, निज रात गुरबाणी